ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਰਾਗ ਮਹਲਾ ਪਹਿਲਾ। ਘਰ ਪਹਿਲਾ ਅਸ਼ਟਪਦੀਆਂ। ਆਖ ਆਖ ਮਨ ਭਾਵਨਾ, ਜਿਉ ਜਿਉ ਜਾਪੈ ਵਾਏ। ਜਿਸਨੋ ਵਾਏ ਸੁਨਾਈਐ, ਸੋ ਕੇਵੜ ਕਿਤ ਥਾਏ। ਆਖ ਆਖ ਮਨ ਭਾਵਨਾ, ਜਿਉ ਜਿਉ ਜਾਪੈ ਵਾਏ। ਜਿਸਨੋ ਵਾਏ ਸੁਨਾਈਐ, ਸੋ ਕੇਵੜ ਕਿਤ ਥਾਏ। ਆਖਣ ਵਾਲੇ ਚੇਤੜੇ, ਸਭ ਆਖ ਰਹੇ ਲਿਵਲਾਏ। ਬਾਬਾ ਅੱਲਾਹੁ ਅਗਾਮੇ ਅਪਾਰ, ਪਾਕੀ ਨਾਈ ਪਾਕ ਥਾਏ। ਸੱਚਾ ਪਰਵਦਗਾਰ ਰਹਾਉ। ਬਾਬਾ ਅੱਲਾਹੁ ਅਗਾਮੇ ਅਪਾਰ, ਪਾਕੀ ਨਾਈ ਪਾਕ ਥਾਏ। ਸੱਚਾ ਪਰਵਦਗਾਰ ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਪ ਜੀ। ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਚੱਲ ਰਹੀ ਲੜੀਵਾਰ ਕਥਾ ਮੁਤਾਬਕ ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ ਜੀ। ਇਸ ਪਵਿੱਤਰ ਸ਼ਬਦ ਦੀ ਉਥਾਨਕਾ ਦੱਸਦੇ ਹਨ ਕਿ ਜਿਸ ਵੇਲੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਮੱਕੇ ਨੂੰ ਗਏ, ਉਸ ਵੇਲੇ ਮੱਕੇ ਦੇ ਵਿੱਚ ਜਾ ਕੇ ਸ਼ਬਦ ਉਚਾਰਿਆ। ਇੱਕ ਦਿਨ ਭਾਈ ਸਾਹਿਬ ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਮੱਕੇ ਮਦੀਨੇ ਦੀ ਬੜੀ ਉਪਮਾ ਸੁਣੀ ਹੈ। ਮੁਸਲਮਾਨ ਬੜੀ ਮਹਿਮਾ ਕਰਦੇ ਹਨ ਮੱਕੇ ਮਦੀਨੇ ਦੀ। ਮੱਕੇ ਨੂੰ ਖੁਦਾ ਦਾ ਘਰ ਮੰਨਦੇ ਹਨ। ਮੇਰੀ ਵੀ ਇੱਛਾ ਸੀ ਕਿ ਜੇ ਇੱਕ ਵਾਰੀ ਮੱਕੇ ਦੇ ਦਰਸ਼ਨ ਵੀ ਕਰਵਾ ਦਿਓ, ਬੜੀ ਕਿਰਪਾ ਹੋਵੇ। ਪਾਤਸ਼ਾਹ ਕਹਿਣ ਲੱਗੇ, ਮਰਦਾਨਿਆ ਮੱਕੇ ਜਾਣਾ ਬਹੁਤ ਔਖਾ ਹੈ, ਕਿਉਂਕਿ ਉੱਥੇ ਉਹੀ ਜਾ ਸਕਦਾ ਜਿਹੜਾ ਕਲਮਾ ਪੜ੍ਹੇ, ਜਿਹੜਾ ਮੁਸਲਮਾਨ ਹੋਵੇ, ਤੇ ਜਾਂ ਫਿਰ ਮੁਸਲਮਾਨਾਂ ਦਾ ਕਲਮਾ ਪੜ੍ਹੇ, ਹੋਰ ਕੋਈ ਜਾ ਨਹੀਂ ਸਕਦਾ। ਮਰਦਾਨਾ ਕਹਿਣ ਲੱਗਿਆ, ਮਹਾਰਾਜ ਬਚਪਨ ਤੋਂ ਆਪ ਜੀ ਦੀ ਸੰਗਤ ਕੀਤੀ ਹੈ, ਤਿੰਨਾਂ ਲੋਕਾਂ ਵਿੱਚ ਅਜਿਹੀ ਕੋਈ ਸ਼ਕਤੀ ਨਹੀਂ ਜਿਹੜੀ ਤੁਹਾਨੂੰ ਰੋਕ ਸਕੇ। ਵਲਾਓ ਨਾ ਕਰੋ, ਭਾਵ ਬਹਾਨਾ ਨਾ ਮਾਰੋ। ਮੈਂ ਤਾਂ ਮੱਕੇ ਦੇ ਦਰਸ਼ਨ ਕਰਨੇ ਆ, ਇੱਕ ਜਿੱਦੀ ਬੱਚੇ ਵਾਂਗੂ। ਪਿਆਰ ਸੀ ਬਹੁਤ ਜ਼ਿਆਦਾ ਪਾਤਸ਼ਾਹ ਜੀ ਦਾ ਭਾਈ ਮਰਦਾਨਾ ਜੀ ਦੇ ਨਾਲ। ਤਾਂ ਗੁਰੂ ਪਿਆਰਿਓ ਕਹਿਣ ਲੱਗਿਆ, ਜੀ ਮੈਨੂੰ ਜ਼ਰੂਰ ਦਰਸ਼ਨ ਕਰਾਓ ਮੱਕੇ ਦੇ। ਪਾਤਸ਼ਾਹ ਕਹਿੰਦੇ, ਚੰਗਾ ਮਰਦਾਨਿਆ, ਫਿਰ ਤੇਰੀ ਇਹੀ ਇੱਛਾ ਹੈ ਤੇ ਚੱਲ ਮੱਕੇ ਦੇ ਦਰਸ਼ਨ ਕਰਾ ਦਿੰਨੇ ਆ। ਹੁਣ ਪਾਤਸ਼ਾਹ ਜੀ ਨੇ ਆਪਣਾ ਭੇਖ ਬਦਲਿਆ, ਇੱਕ ਅਨੋਖਾ ਭੇਸ ਧਾਰਿਆ। ਇੱਕ ਕੱਛ ਵਿੱਚ ਕਿਤਾਬ ਲੈ ਲਈ ਔਰ ਗੁਰੂ ਪਿਆਰਿਓ ਇੱਕ ਸੋਟਾ ਫੜ ਲਿਆ, ਜਿਵੇਂ ਮੁਸਲਮਾਨ ਫੜਦੇ ਆ ਲੰਮਾ। ਇੱਕ ਪੈਰ ਵਿੱਚ ਕੱਢਵੀਂ ਜੁੱਤੀ ਪਾ ਲਈ, ਖੋਸਾ ਜੁੱਤਾ, ਇਹ ਮੁਸਲਮਾਨ ਪੀਰ ਜ਼ਿਆਦਾ ਪਾਉਂਦੇ ਆ। ਇੱਕ ਪੈਰ ਵਿੱਚ ਲੱਕੜ ਦੀ ਖੜਾਉਂ ਪਾ ਲਈ, ਮੱਥੇ ਤੇ ਟਿੱਕਾ ਲਾ ਲਿਆ। ਔਰ ਗੁਰੂ ਪਿਆਰਿਓ
ऐसा रूप धारण कर लिया कि समझ नहीं आती ये कौन है, हिंदू है कि मुसलमान फकीर है। गल विच माला पा लियां, भाव अद्धा भेख मुसलमानां दा धार लिया ते अद्धा हिंदुआं दा भी धार लिया। ते बर्मा दे इलाके चों हुंदे होए सतगुरु पातशाह जी उत्थे पहुंचे जिथों समुंदरी बेड़ा जिहड़ा हाजियां नूं मक्के लैके जांदा, क्योंकि रस्ते विच समुंदर पैंदा, ਉਹਨੂੰ पार करना पैंदा। समुंदरी जहाज ते लोग जांदे परले पासे मक्के वल। ਉਹ जगह ਨੂੰ सखर भखड़ दी जगह कहंदे आ, सखर भखड़ दी बंदरगाह कह दिओ। बंदरगाह ਬੱਸਾਂ ਦਾ ਅੱਡਾ ਹੁੰਦਾ, जहाज़ां ਦਾ हवाई अड्डा ਹੁੰਦਾ। समुंदरी जहाज़ां जिथे लगदे ने ਇਹਨੂੰ बंदरगाह कहंदे आ। सखर भखड़ दी ਉਹ जगह है ते उत्थे जा पहुंचे ਤੇ ਉੱਥੇ ਪਹਿਲਾਂ ਤੋਂ ਹੀ ਕੁਝ ਹਾਜੀ ਬੈਠੇ ਸਨ ਹਜ ਕਰਨ ਵਾਸਤੇ ਜਾਣ ਲਈ। ਕਾਜੀ ਬੈਠੇ ਸਨ, ਮੁਲਾਣੇ ਬੈਠੇ ਸੀ, ਬਾਬਾ ਜੀ ਵੀ ਜਾ ਬੈਠੇ। ਔਰ ਸਤਿਗੁਰਾਂ ਦਾ ਅਨੋਖਾ ਲਿਬਾਸ ਦੇਖ ਕੇ ਸਾਰੇ ਹੈਰਾਨ ਹੋ ਗਏ ਵੀ ਇਹ ਕੌਣ ਹੈ, ਕੈਸਾ ਰੂਪ ਧਾਰਿਆ ਹੈ। ना मुसलमानों का पूरा भेख है ते ना हिंदुआं का पूरा भेख है, अद्धा उन्हां दा अद्धा उन्हां दा है। पैंदी सट्टे पुछदे हन, बहावलदीन पीर बैठा है, को पुछदा तुसीं दसो कौन हो, किधर चले हो। पातशाह कहंदे मक्के चले आ। कहन लगे हिंदू हो कि मुसलमान हो। बाबा जी कहंदे दोनों का ही सलाहकार, दोनों नूं सीधे रस्ते पाउण वाला। फिर इस विषय ते बहुत सारी चर्चा उन्हां हाजियां ने, बहावलदीन पीर वर्गियां ने, होर मौलानियां काजियां ने कीती। तां उन्हां ने कोशिश कीती कि गुरु नानक सानू साडा मुसलमानी मंत्र कलमा पढ़ के सुनावे। पातशाह ने कलमा ना पढ़िया जानबुझ के, पर उन्हां दीयां सारियां गल्लां दा बड़ा जवाब दिता। कहने तेरे कच्छ विच किताब दिती है कोई? कहने हाँ। ये जिहड़ी किताब है इहदे विच की लिखिया सानू दसना कर, पढ़ के सुना। बाबा जी कहने किहड़े ढंग नाल पढ़ा? कहने पढ़न दा भी ढंग अड्डो अड्ड हुंदा। कहने हाँ, एक तां पढ़ना हुंदा तत्त नूं प्राप्त करके जीवन दे विच ढालना, एक पढ़ना हुंदा पढ़ के ज्ञान प्राप्त करके लोकां नाल चुन चर्चा करके लोकां नूं हराउण दी कोशिश करनी, वड्डा बनदा कोशिश करनी। साखी करता लिखदा है पातशाह कहने एक तां पढ़ना हुंदा है जिवें कोई हड्डियां खांदा है, हड्डी चों कख नहीं निकलदा। ਉਹਦਾ मतलब है ਐਵੇਂ ਲੋਕਾਂ ਨਾਲ ਚੁਣ ਚਰਚਾ ਕਰਕੇ ਲੋਕਾਂ ਨੂੰ ਛੋਟਾ ਵਿਖਾਉਣ ਦੀ ਕੋਸ਼ਿਸ਼ ਕਰਨੀ। ਤੇ ਦੂਜਾ ਹੁੰਦਾ ਹੈ ਜਿਵੇਂ ਕੋਈ ਮਾਸ ਖਾਵੇ, ਚਲੋ ਮਾੜਾ ਮੋਟਾ ਫਰਕ ਪੈਂਦਾ, ਢਿੱਡ ਭਰ ਜਾਂਦਾ। ਤੀਜਾ ਹੈ ਮਗਜ ਖਾਣਾ, ਭਾਵ ਪੜ੍ਹ ਕੇ ਆਪਣੇ ਦਿਮਾਗ ਨੂੰ ਆਪ ਖਾਣਾ, ਸੋਚਣਾ ਕਿ ਜੋ ਮੈਂ ਪੜ੍ਹ ਰਿਹਾ ਵਿਚਾਰ ਰਿਹਾ ਇਹ ਹੈ ਕੀ। ਉਹ ਕਹਿੰਦਾ ਤੁਸੀਂ ਸੁਣਾਓ, ਜਿਵੇਂ ਮਰਜ਼ੀ ਸੁਣਾਓ, ਸਾਨੂੰ ਸੁਣਾਓ। ਤੇ ਪਾਤਸ਼ਾਹ ਨੇ ਸੁਣਾਉਣਾ ਕੀਤਾ। ਬਹੁਤ ਵਿਚਾਰ ਚਰਚਾ ਹੋਈ। ਇੰਨੇ ਉਹਨਾਂ ਦਾ ਸਮੁੰਦਰੀ ਬੇੜਾ ਆ ਗਿਆ। ਪਾਤਸ਼ਾਹ ਕਹਿੰਦੇ ਚਲੋ ਚੱਲੀਏ। ਕਹਿੰਦੇ ਤੂੰ ਨਹੀਂ ਜਾ ਸਕਦਾ ਸਾਡੇ ਨਾਲ, ਤੂੰ ਹਿੰਦੂ ਫਕੀਰ ਆ, ਪਤਾ ਲੱਗ ਗਿਆ ਤੇਰੀਆਂ ਗੱਲਾਂ ਚੋਂ। ਮੁਸਲਮਾਨ ਨੂੰ ਮੱਕੇ ਜਾਣ ਦੀ ਆਗਿਆ ਹੈ, ਹਿੰਦੂਆਂ ਨੂੰ ਹੋਰ ਕਿਸੇ ਲੋਕਾਂ ਨੂੰ ਮੱਕੇ ਜਾਣ ਦਾ ਹੁਕਮ ਨਹੀਂ ਹੈ। ਤੁਸੀਂ ਸਾਡੇ ਜਹਾਜ਼ ਤੇ ਨਹੀਂ ਜਾ ਸਕਦੇ। ਬਾਬਾ ਜੀ ਬੈਠੇ ਰਹੇ। ਉਹ ਸਾਰੇ ਹਾਜੀ ਕਾਜੀ ਚੜ੍ਹ ਗਏ ਤੇ ਮਰਦਾਨੇ ਨੂੰ ਕਹਿੰਦੇ ਨੂੰ ਕਿਹਾ ਸੀ ਨਾ ਵੀ ਆਪਾਂ ਨਹੀਂ ਜਾ ਸਕਦੇ ਮੱਕੇ, ਹੁਣ ਆਪਾਂ ਨੂੰ ਲੈ ਕੇ ਨਹੀਂ ਗਏ ਨਾਲ, ਇਹ ਹੁਣ ਕਿਵੇਂ ਜਾਵਾਂਗੇ। ਭਾਈ ਮਰਦਾਨਾ ਭੇਤੀ ਸੀ ਪ੍ਰੀਤਮ ਦਾ, ਕਹਿਣ ਲੱਗੇ ਆ ਮਹਾਰਾਜ ਤੁਹਾਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ, ਨਾ ਤੁਹਾਨੂੰ ਜਹਾਜ਼ਾਂ ਦੀ ਲੋੜ ਹੈ। ਤੁਸੀਂ ਬੁਲਾਓ ਨਾ ਕਰੋ, ਬਹਾਨੇ ਨਾ ਮਾਰੋ, ਮੈਨੂੰ ਲੈ ਕੇ ਚੱਲੋ। ਕਹਿੰਦੇ ਚੰਗਾ ਫਿਰ ਸ਼ਬਦ ਗਾ। ਭਾਈ ਮਰਦਾਨਾ ਜੀ ਨੇ ਰਵਾਬ ਮੋਢੇ ਤੇ ਲਾਈ ਤੇ ਤਾਰ ਛੇੜੀ, ਵਜਾਉਣਾ ਸ਼ੁਰੂ ਕੀਤਾ, ਗਾਉਣਾ ਸ਼ੁਰੂ ਕੀਤਾ। ਤੇ ਜਦ ਸ਼ਬਦ ਗਾ ਕੇ ਨੇਤਰ ਬੰਦ ਸੀ, ਅੱਖਾਂ ਖੋਲੀਆਂ, ਨਮਸਕਾਰ ਕਰਕੇ
ਤੇ ਮਰਦਾਨਾ ਕੀ ਵੇਖਦਾ ਹੈ ਕਿ ਅਸੀਂ ਤਾਂ ਮੱਕੇ ਦੀ ਬਾਉਂਡਰੀ ਕੋਲੇ ਬੈਠੇ ਆ, ਜਿਵੇਂ ਕਿਲਾ ਬਾਹਰਲੇ ਪਾਸੇ ਬਾਉਂਡਰੀ ਹੈ, ਬਾਹਰਲੇ ਪਾਸੇ ਕੋਈ ਆ ਕੇ ਬਹਿ ਜਾਵੇ, ਬਾਹਰਲੀ ਕੰਧ ਕੋਲੇ ਬੈਠੇ ਆ। ਬਾਬਾ ਜੀ ਕਹਿੰਦੇ ਮਰਦਾਨਿਆ ਕਿੱਥੇ ਬੈਠੇ ਆ? ਮਹਾਰਾਜ ਉਹ ਜਿਹੜੇ ਉੱਚੇ ਉੱਚੇ ਬਨੇਰੇ ਦਿਸਦੇ ਆ ਇਹ ਤਾਂ ਮੱਕੇ ਦੀ ਮਸੀਤ ਦੇ ਆ। ਕਹਿੰਦੇ ਬਸ ਫਿਰ ਆਪਾਂ ਮੱਕੇ ਪਹੁੰਚ ਗਏ। ਜਿਸ ਮੱਕੇ ਪਹੁੰਚਣ ਤੇ ਉਸ ਜਹਾਜ਼ ਨੂੰ 1 ਸਾਲ ਲੱਗਣਾ ਹੈ। ਉਹ ਮੱਕੇ ਸਾਲ ਬਾਅਦ ਪਹੁੰਚਣਾ ਜਹਾਜ਼, ਪਰ ਬਾਬਾ ਜੀ ਉੱਥੇ ਪਹਿਲਾਂ ਹੀ ਪਹੁੰਚ ਗਏ। ਜਦ ਉੱਥੇ ਪਹੁੰਚੇ ਤੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਹੁਣ ਕੀ ਹੁਕਮ ਹੈ? ਕਹਿੰਦੇ ਜਾ ਦੇਖਿਆ ਤੇਰਾ ਮੱਕਾ। ਕਹਿੰਦਾ ਜੀ ਜਾਨਾ। ਬਾਬਾ ਜੀ ਬਾਉਂਡਰੀ ਦੇ ਬਾਹਰਲੇ ਪਾਸੇ ਬੈਠੇ ਰਹੇ, ਕੰਧ ਦੇ ਜੋ ਉਸ ਨੂੰ ਮਾਰੀ ਹੋਈ ਹੈ 4 ਚੁਫੇਰਿਓਂ ਕੰਧ ਬਿਲਡਿੰਗ ਨੂੰ। ਮਰਦਾਨਾ ਵੇਖਣ ਚਲਿਆ ਗਿਆ, ਪਰਿਕਰਮਾ ਵਿੱਚੋਂ ਲੰਘ ਕੇ, ਜਿਵੇਂ ਉਹ ਕਾਲੇ ਰੰਗ ਦੀ ਬਿਲਡਿੰਗ ਹੈ, ਆਪਾਂ ਟੀਵੀ ਤੇ ਅੱਜ ਕੱਲ੍ਹ ਵੇਖ ਹੀ ਲਈ ਹੈ ਲਗਭਗ। ਜਦ ਉਹਦੇ ਕੋਲੇ ਪਹੁੰਚੇ ਤੇ ਉਹਦੇ ਕੋਲ ਮਜੌਰ ਬੈਠੇ ਨੇ। ਅਸੀਂ ਸੇਵਾਦਾਰ ਕਹਿੰਦੇ ਆ, ਉਹ ਮਜੌਰ ਕਹਿੰਦੇ ਆ। ਤੇ ਮਜੌਰਾਂ ਨੇ ਟੋਕਰੀ ਵਿੱਚ ਪਾ ਕੇ ਕਾਲੇ ਰੰਗ ਦੀਆਂ ਪੱਟੀਆਂ ਰੱਖੀਆਂ ਹੋਈਆਂ। ਤੇ ਜਿਹੜਾ ਵੀ ਉੱਥੇ ਜਾਂਦਾ ਹਾਜੀ ਹੱਜ ਕਰਨ ਦਾ ਮਤਲਬ ਕੀ ਹੈ? ਜਿਵੇਂ ਆ ਬੀਬੀਆਂ ਵਰਤ ਰੱਖ ਕੇ ਰਾਤ ਨੂੰ ਆਪਣੇ ਪਤੀ ਦਾ ਮੁਖ ਦੇਖ ਕੇ ਤੇ ਪਾਣੀ ਦੀ ਚੂਲੀ ਭਰ ਕੇ ਵਰਤ ਖੋਲ੍ਹਦੀਆਂ, ਇਹ ਉੱਥੇ ਜਾ ਕੇ ਉੱਥੋਂ ਪਾਣੀ ਦੀ ਚੂਲੀ ਲੈ ਕੇ ਪੀਂਦੇ ਹਨ ਤੇ ਇਹਨੂੰ ਕਹਿੰਦੇ ਆ ਹੱਜ ਕਰਨਾ। ਕਹੋ ਸਤਨਾਮ ਸ੍ਰੀ। ਤੇ ਉਹ ਪਾਣੀ ਕਿਹੜਾ ਹੁੰਦਾ ਹੈ ਦੱਸਦਾ ਮੈਂ ਅੱਗੇ। ਜਦੋਂ ਭਾਈ ਮਰਦਾਨਾ ਜੀ ਉਸ ਮੱਕੇ ਦੇ ਗੇਟ ਤੇ ਪਹੁੰਚੇ, ਕਹਿੰਦੇ ਅੰਦਰ ਜਾਣ ਲੱਗੇ, ਮਜੌਰਾਂ ਨੇ, ਨੌਕਰਾਂ ਨੇ, ਸੇਵਾਦਾਰਾਂ ਨੇ ਰੋਕ ਲਿਆ। ਕਹਿੰਦੇ ਠਹਿਰ ਭਾਈ ਠਹਿਰ। ਹਾਂ ਭਾਈ, ਆਹ ਪੱਟੀ ਬੰਨ ਅੱਖਾਂ ਤੇ ਪਹਿਲਾਂ। ਕਿਉਂ? ਅੰਦਰ ਬਿਨਾਂ ਪੱਟੀ ਬੰਨ੍ਹਿਆ ਨਹੀਂ ਜਾ ਸਕਦਾ, ਤੈਨੂੰ ਅੱਖਾਂ ਤੇ ਪੱਟੀ ਬੰਨਣੀ ਪੈਣੀ ਹੈ। ਮਰਦਾਨਾ ਕਹਿੰਦਾ ਮੈਂ ਤਾਂ ਦਰਸ਼ਨ ਕਰਨ ਆਇਆ, ਮੈਂ ਤਾਂ ਦੇਖਣ ਆਇਆ। ਉਹ ਕਹਿੰਦੇ ਨਹੀਂ ਫਿਰ ਐਦਾਂ ਅਸੀਂ ਤੈਨੂੰ ਨਹੀਂ ਜਾਣ ਦਿਆਂਗੇ। ਭਾਈ ਮਰਦਾਨਾ ਅੰਦਰ ਜਾਣ ਦੀ ਬਜਾਏ ਵਾਪਸ ਮੁੜ ਆਇਆ ਤੇ ਬਾਬੇ ਨਾਨਕ ਜੀ ਕੋਲ ਆ ਗਿਆ। ਕਹਿੰਦਾ ਜੀ ਇਹਨਾਂ ਦੇ ਨੌਕਰ, ਇਹਨਾਂ ਦੇ ਮਜੌਰ, ਇਹਨਾਂ ਦੇ ਸੇਵਾਦਾਰ, ਪਹਿਰੇਦਾਰ ਕਹਿੰਦੇ ਅੱਖਾਂ ਦੇ ਪੱਟੀ ਬੰਨ੍ਹ ਕੇ ਜਾ। ਤੇ ਮਹਾਰਾਜ ਪੱਟੀ ਬੰਨ੍ਹ ਕੇ ਅੰਦਰ ਜਾਣ ਦਾ ਕੀ ਫਾਇਦਾ ਜੇ ਆਪਾਂ ਦੇਖਿਆ ਹੀ ਨਾ? ਆਏ ਤਾਂ ਵੇਖਣਾ ਇੰਨੀ ਦੂਰੋਂ ਚੱਲ ਕੇ। ਬਾਬਾ ਜੀ ਕਹਿੰਦੇ ਮਰਦਾਨਿਆ ਇਹਨਾਂ ਦੀ ਇਹੀ ਰੀਤ ਆ। ਫਿਰ ਮਹਾਰਾਜ ਆਉਣ ਦਾ ਕੀ ਫਾਇਦਾ ਹੋਇਆ? ਕਹਿੰਦੇ ਜਾ ਫਿਰ ਹੁਣ ਤੂੰ ਇਹਨਾਂ ਨੂੰ ਦਿਸੇਗਾ ਹੀ ਨਹੀਂ, ਚੁੱਪ ਕਰਕੇ ਟੱਪ ਜੀ ਕੋਲ ਦੀ ਜਾ, ਵੇਖਿਆ ਕੀ ਵੇਖਣਾ। ਐਸਾ ਹੀ ਹੋਇਆ। ਕਹਿੰਦੇ ਜਦੋਂ ਮਰਦਾਨਾ ਜੀ ਦੁਬਾਰਾ ਉੱਥੇ ਗਏ ਤੇ ਉਹਨਾਂ ਨੂੰ ਪਤਾ ਹੀ ਨਾ ਲੱਗਿਆ ਵੀ ਸਾਡੇ ਕੋਲ ਦੀ ਕੋਈ ਲੰਘਿਆ। ਐਸੀ ਪਾਤਸ਼ਾਹ ਨੇ ਕਿਰਪਾ ਕੀਤੀ। ਮਰਦਾਨਾ ਅੰਦਰ ਗਿਆ ਤੇ ਅੰਦਰ ਜਾ ਕੇ ਕੀ ਦੇਖਦਾ ਹੈ? ਉਸ ਕਾਲੇ ਰੰਗ ਦੀ ਬਿਲਡਿੰਗ ਦੇ ਵਿਚਾਲੇ ਇੱਕ ਥੜਾ ਹੈ ਤੇ ਥੜੇ ਉੱਤੇ ਗੁਰੂ ਪਿਆਰਿਓ ਆਹੀ ਸ਼ਿਵਲਿੰਗ ਲੱਗਿਆ ਜਿਸ ਨੂੰ ਹਿੰਦੂ ਪੂਜਦੇ ਆ। ਕਹੋ ਸਤਨਾਮ ਸ੍ਰੀ। ਉਹ ਸ਼ਿਵਲਿੰਗ ਸੈਂਟਰ ਦੇ ਵਿੱਚ ਗੱਡਿਆ ਹੋਇਆ, ਉਹਨੂੰ ਕਹਿੰਦੇ ਆ ਸੰਗੇ ਅਸਵਦ। ਸੰਗਮਰਮਰ ਪੱਥਰ ਦਾ ਨਾਮ ਹੈ। ਸੰਗਮਰਮਰ ਕਹਿੰਦੇ ਆ ਬਰੀਕ ਪੱਥਰ ਨੂੰ, ਸੰਗ ਕਹਿੰਦੇ ਆ ਪੱਥਰ ਨੂੰ। ਜਿਹੜਾ ਉਹ ਵਿਚਾਲੇ ਪੱਥਰ ਗੱਡਿਆ ਹੈਗਾ ਸ਼ਿਵਲਿੰਗ ਦੀ ਨਿਆਈ ਤਰ੍ਹਾਂ, ਉਹਨੂੰ ਕਹਿੰਦੇ ਆ ਸੰਗੇ ਅਸਵਦ। ਇਹ ਜੋ ਲੋਕ ਜਾ ਕੇ ਅੱਖਾਂ ਤੇ ਪੱਟੀ ਬੰਨ੍ਹ ਕੇ ਅੰਦਰ ਜਾਂਦੇ ਨੇ ਮੁਸਲਮਾਨ ਸਾਰੇ, ਫਿਰ ਉਹ ਥੜੇ ਦੇ ਕੋਲ ਜਾ ਕੇ ਉਸ ਨੂੰ ਦੋਨਾਂ ਹੱਥਾਂ ਨਾਲ ਘੁੱਟਦੇ ਨੇ, ਉਹਦਾ ਬੋਸਾ ਲੈਂਦੇ ਆ, ਭਾਵ ਚੁੰਮਦੇ ਆ ਤੇ ਪਰਿਕਰਮਾ ਕਰਕੇ ਬਾਹਰ ਆ ਜਾਂਦੇ ਆ। ਜਿਹੜਾ ਪਾਣੀ ਉਸ ਨੂੰ ਸਵੇਰੇ ਧੋਣ ਵਾਸਤੇ ਵਰਤਿਆ ਜਾਂਦਾ, ਸਫਾਈ ਵਾਸਤੇ, ਉਹ ਪਾਣੀ ਬਾਹਰ ਇਕੱਠਾ ਹੁੰਦਾ ਖੱਡੇ 'ਚ, ਇੱਕ ਟੋਹਾ ਬਣਾਇਆ ਹੋਇਆ ਤੇ ਉੱਥੋਂ ਉਹ ਜਲ ਦੀ ਚੂਲੀ ਲੈ ਕੇ ਪੀਂਦੇ ਆ ਤੇ ਉਹਨੂੰ ਕਹਿੰਦੇ ਆ ਹੱਜ ਕਰਨਾ। ਕਹੋ ਸਤਨਾਮ ਸ੍ਰੀ। ਪਰ ਭਾਈ ਮਰਦਾਨਾ ਤਾਂ ਖੁੱਲੀਆਂ ਅੱਖਾਂ ਨਾਲ ਚਲਿਆ ਗਿਆ ਅੰਦਰ। ਜਦ ਅੰਦਰ ਜਾ ਕੇ ਦੇਖਿਆ ਤੇ ਮਰਦਾਨਾ ਹੈਰਾਨ ਹੋ ਗਿਆ ਵੀ ਇਹ ਹਿੰਦੂ ਲੋਕਾਂ ਨੂੰ ਕਹਿੰਦੇ ਆ ਬੁੱਤ ਪੂਜਕ, ਕਾਫਰ, ਤੇ ਖੁਦ ਵੀ ਤਾਂ ਇਹ ਅੱਖਾਂ ਮੰਨ ਕੇ ਅੰਨੇ ਹੋ ਕੇ ਬੁੱਤ ਪੂਜੀ ਜਾਂਦੇ ਆ। ਇਹਨਾਂ ਲੋਕਾਂ ਨੂੰ ਮੈਂ ਹੈਰਾਨ ਆ ਵੇਖ ਕੇ ਵੀ ਇਹ ਕੈਸਾ ਇਹਨਾਂ ਦਾ ਖਿਆਲ ਆ। ਹਿੰਦੁਸਤਾਨ ਦੇ ਲੋਕਾਂ ਨੂੰ ਕਹਿੰਦੇ ਸੀ ਬੁੱਤ ਪੂਜਦੇ ਹੋ, ਤੇ ਆਪ ਵੀ ਤਾਂ ਮੱਕੇ ਦੇ ਵਿੱਚ ਜਿਹੜਾ ਹੈ ਇੱਕ ਪੱਥਰ ਗੱਡਿਆ ਹੋਇਆ ਉਹਨੂੰ ਮੱਥੇ ਟੇਕੀ ਜਾਂਦੇ ਆ।
मर्दाना लोट पोट हो गया। पातशाह जी दे कोल आके बहुत हसिया। पातशाह कहने की हो गया मर्दानिया? कहने की पुछदे हो महाराज? कहते नहीं दस की होया? कहना महाराज ये लोग हिंदुआं नूं काफर कहंदे ने, उन्हां नूं कहंदे तुसीं मूर्ति पूजा करदे हो, गलत है। ते इन्हां ने मक्के दे विच भी तां उही शिवलिंग लग्या होया। कहने मर्दानिया बस इसे करके तां अखां ते पट्टी बनाउंदे ने भी किसे नूं भेत ना खुल जावे भी ये की है, तू वेख आया। तो इस तरह गुरु प्यारिओ फिर भाई मर्दाने ने ਇਹਦੇ बारे सारी कहानी सुनी बाबे जी तो पुरातन भी ये शिवलिंग इत्थे किवें आया, क्यों मुसलमान इहनूं मत्था टेकदे आ। उस तो बाद शामां पै गईयां तां भाई साहब जी दसदे हन, भाई साहब भाई गुरदास जी शामां पईयां ते लोक ਜਿਹੜੇ ਉੱਥੇ हज ਕਰਨ गए सारे मुसलमान ਉਹ ਉੱਥੇ गुरु प्यारिओ परिक्रमा ਵਿੱਚ ਪੈ ਗਏ। ਉਹਦੇ ਚਾਰ ਸਵੇਰੇ ਬੜੀ ਖੁੱਲੀ ਬਾਉਂਡਰੀ ਹੈ ਜਿਹਦੇ ਵਿੱਚ ਉਹ ਨਵਾਜ਼ ਵੀ ਕਰਦੇ ਆ ਇਕੱਠੇ ਹੋ ਕੇ ਲੈਣਾ ਬੰਨ੍ਹ ਕੇ, ਔਰ ਉੱਥੇ ਰਾਤ ਨੂੰ ਸੌਂ ਵੀ ਜਾਂਦੇ ਆ ਤੇ ਪੈ ਗਏ ਸਾਰੇ। ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਵੀ ਪੈ ਗਏ ਪਰਿਕਰਮਾ 'ਚ। ਤੇ ਦੂਜੇ ਦਿਨ ਤੜਕੇ ਇਹਨਾਂ ਦਾ ਇੱਕ ਸੇਵਾਦਾਰ ਜੀਵਨ ਮੁੱਲਾ ਜਿਸ ਦਾ ਨਾਮ ਹੈ ਉਹ ਆਇਆ ਸਫਾਈ ਵਾਸਤੇ ਤੇ ਉਹਨੇ ਹਾਜੀਆਂ ਨੂੰ ਉਠਾਉਣਾ ਸ਼ੁਰੂ ਕੀਤਾ। ਤੇ ਜਦੋਂ ਬਾਬੇ ਨਾਨਕ ਦੇ ਵੱਲ ਪਹੁੰਚਿਆ ਉਹ ਜੀਵਨ ਨੇ ਸਤਿਗੁਰਾਂ ਦੇ ਪੈਰਾਂ ਵਿੱਚ ਆਪਣੇ ਪੈਰ ਦਾ ਠੁੱਡਾ ਮਾਰਿਆ। ਕਹਿਣ ਲੱਗਿਆ ਲੱਤਾਂ ਵੱਲ ਖੁਦਾਏ ਦੇ ਕਿਉਂ ਕਰ ਹੋਏ ਪਿਆ ਹੋਏ ਬਜਗਾਰੀ। ਕਹਿੰਦੇ ਤੂੰ ਖੁਦਾ ਦੇ ਘਰ ਵੱਲ ਲੱਤਾਂ ਭਰੀ ਬੈਠਾ, ਤੂੰ ਹਾਜੀ ਨਹੀਂ ਹੈਗਾ, ਤੂੰ ਮੁਸਲਮਾਨ ਨਹੀਂ ਲੱਗਦਾ। ਬਾਬਾ ਜੀ ਕਹਿੰਦੇ ਓਏ ਅਸੀਂ ਤਾਂ खुदा दे बंदे ही हाँ, अल्लाह दे बंदे ही हाँ, रब दे बंदे ही हाँ, पर जिधर तेरा भाई मक्का रब है नहीं गा, तू मेरे पैर उधर कर दे। रात नूं थके होए सीगे, पता नहीं लग्या कित्थे पै गए, को सतनाम सी। भाई गुरदास जी कहंदे टंगों पकड़ घसीटिया फिरिया मक्का कला दिखारी। गुस्से च तां आ ही गया जीवन मुल्ला ते पातशाह नूं पैरां कोलों फड़ के ते पैर शरीर घुमाता सारा लम्मे पिਆਂ ਦਾ ही। ਤੇ ਜਦੋਂ ਘੁਮਾ ਕੇ ਇੱਧਰ ਨੂੰ ਕੀਤਾ ਤੇ ਉੱਪਰ ਝਾਕ ਕੇ ਵੇਖਦਾ ਹੈ ਵੀ ਮੱਕਾ ਪਾਸੇ ਹੋ ਗਿਆ ਪੈਰਾਂ ਤੋਂ, ਪਰ ਮੱਕਾ ਫਿਰ ਪੈਰਾਂ ਦੇ ਸਾਹਮਣੇ। ਗੁੱਸੇ 'ਚ ਥੋੜਾ ਹੋਰ ਘੁਮਾਇਆ, ਫਿਰ ਮੱਕਾ ਪੈਰਾਂ ਦੇ ਸਾਹਮਣੇ, ਉਹਨੂੰ ਗੁੱਸਾ ਆ ਗਿਆ। ਫਿਰ ਉੱਥੇ ਗੁਰੂ ਪਿਆਰਿਓ ਕੀ ਹੋਇਆ, ਐਨੇ ਦਿਨ ਚੜ ਗਿਆ, ਰੌਲਾ ਪੈ ਗਿਆ, ਲੜੋ ਲੜਾਈ, ਉੱਥੇ ਜਦਾਈ ਹੋ ਗਈ। ਉਹ ਕਹਿੰਦਾ ਨਿਕਲ ਜਾ ਇੱਥੋਂ, ਤੂੰ ਲੱਗਦਾ ਕੋਈ ਹੋਰ ਹੀ ਆ, ਤੂੰ ਮੁਸਲਮਾਨ ਨਹੀਂ ਹੈਗਾ, ਤੁਹਾਡਾ ਕੋਈ ਅੜਬੰਗ ਮੁਸਲਮਾਨ ਆ ਗਿਆ ਤੈਨੂੰ ਮਾਰ ਦੂਗਾ। ਜਦੋਂ ਉੱਚੀ ਰੌਲਾ ਪੈਣ ਲੱਗਿਆ ਤੇ ਬਹੁਤ ਸਾਰੇ ਮੁਸਲਮਾਨ ਉੱਥੋਂ ਦੇ ਮੁਖੀ ਜਿਹੜੇ ਸੀ ਉਹ ਵੀ ਇਕੱਠੇ ਹੋ ਗਏ। ਪੁੱਛਣ ਗੱਲ ਈਮਾਨ ਦੀ ਕਾਜੀ ਮੁੱਲਾ ਇਕੱਠੇ ਹੋਈ। ਫਿਰ ਧਰਮ ਦੇ ਬਾਰੇ ਪੁੱਛਦੇ ਨੇ, ਨਿਰਣਾ ਕਰਾਉਂਦੇ ਆ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਕੋਲੋਂ। ਵੱਡਾ ਸਾਂਗ ਵਰਤਾਇਆ ਲੱਖ ਨ ਸਕੈ ਕੁਦਰਤ ਕੋਈ, ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨ ਹੋਈ। ਬਾਬਾ ਆਖੇ ਹਾਜੀਆਂ ਸ਼ੁਭ ਅਮਲਾ ਬਾਝੋ ਤੋਨੋ ਰੋਈ। ਫਿਰ ਨਾ ਲੋਕਾਂ ਨੇ ਗੁਰੂ ਪਿਆਰਿਓ ਉੱਥੇ ਚਰਚਾ ਕਰਨੀ ਸ਼ੁਰੂ ਕੀਤੀ। ਉਹ ਚਰਚਾ ਵਿੱਚ ਫਿਰ ਸਤਿਗੁਰਾਂ ਨੇ ਇਹ ਅਸ਼ਟਪਦੀ ਉਚਾਰੀ ਸੀ ਉੱਥੇ। ਆਓ ਹੁਣ ਆਪਾਂ ਇਹ ਸ਼ਬਦ ਦੇ ਵਿਚਾਰ ਸਾਂਝੀ ਕਰਦੇ ਹਾਂ। ਇਹ ਸੀ ਇਹ ਸ਼ਬਦ ਦੇ ਉਚਾਰਨ ਦਾ ਕਾਰਨ, ਇਹਨੂੰ ਕਹਿੰਦੇ ਆ ਉਥਾਨਕਾ। ਉਥਾਨਕਾ ਕਿਹੜਾ ਸ਼ਬਦ ਕਿੱਥੇ ਕਿਉਂ ਉਚਾਰਿਆ ਗਿਆ, ਉਹਦਾ ਕਾਰਨ ਕੀ ਹੈ, ਫਿਰ ਸਾਨੂੰ ਸ਼ਬਦ ਦੀ ਪੂਰੀ ਸਮਝ ਆ ਜਾਂਦੀ ਆ। ਆਰੰਭ ਕਰੀਏ ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮੇਸ਼ਰ ਇੱਕ ਹੈ, ਕੁਦਰਤ ਨੂੰ ਬਣਾਉਣ ਵਾਲਾ ਉਹ ਆਪ ਹੈ। ਓੰਕਾਰ ਇਹ ਉਸੇ ਦਾ ਰੂਪ ਹੈ, ਕੁਦਰਤ ਕਰਕੇ ਵਸਿਆ ਸੋਏ। ਕਾਰ ਇਹਦੇ ਵਿੱਚ ਉਹਦਾ ਹੁਕਮ ਚੱਲਦਾ ਹੈ। ਇੱਕ ਓੰਕਾਰ ਸਤ, ਉਹ ਸਤ ਹੈ, ਸਦਾ ਰਹਿਣ ਵਾਲਾ ਹੈ। ਗੁਰ ਉਹ ਸਾਡੀ ਜੀਵਨ ਦੀ ਜਾਂਚ ਹੈ। ਗੁਰ ਪ੍ਰਸਾਦ
ਉਹ ਪਰਮੇਸ਼ਰ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸ੍ਰੀ ਰਾਗ, ਰਾਗ ਦਾ ਨਾਮ ਹੈ ਸ੍ਰੀ। ਸ੍ਰੀ ਰਾਗ ਮਹੱਲਾ ਪਹਿਲਾ। ਇਹ ਪਵਿੱਤਰ ਸ਼ਬਦ ਉਚਾਰਨ ਕੀਤਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਮੱਕੇ ਦੇ ਵਿੱਚ ਘਰ ਪਹਿਲਾ, ਰਾਗੀਆਂ ਨੂੰ ਹੁਕਮ ਹੈ ਇਹ ਸ਼ਬਦ ਨੂੰ ਪਹਿਲੇ ਘਰ ਵਿੱਚ ਗਾਇਆ ਜਾਵੇ। ਅਸ਼ਟਪਦੀਆਂ, ਇਹ ਸ਼ਬਦ ਦੇ 8 ਪਦੇ ਹਨ। ਜਦੋਂ ਗੁਰੂ ਪਿਆਰਿਓ ਉਹਨਾਂ ਨੇ ਪੁੱਛਿਆ, ਫਿਰ ਇਕੱਠੇ ਹੋ ਕੇ ਪੁੱਛਦੇ ਨੇ ਕਿ ਮਹਾਰਾਜ ਕਿਰਪਾ ਕਰਕੇ ਸਾਨੂੰ ਦੱਸੋ ਉਸ ਪਰਿਪੂਰਨ ਪਰਮੇਸ਼ਰ ਦੇ ਬਾਰੇ, ਉਹਦੇ ਲੱਛਣਾਂ ਬਾਰੇ ਉਹਦੀ ਜਾਣਕਾਰੀ ਦਿਓ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਦੱਸਣਾ ਸ਼ੁਰੂ ਕੀਤਾ ਹੈ, ਭਾਈ ਆਖ ਆਖ ਮਨ ਭਾਵਨਾ, ਉਸ ਪਰਮੇਸ਼ਰ ਦੇ ਬਾਰੇ ਕਿੰਨਾ ਕਹੀਏ। ਅਸੀਂ ਥੱਕ ਜਾਵਾਂਗੇ। ਕਥਨਾ ਕਥੀ ਨਾ ਆਵੇ ਟੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਕਿੰਨਾ ਕੁ ਉਚਾਰਨ ਕਰੀਏ, ਕਿੰਨਾ ਕੁ ਉਚਾਰਨ ਕਰੀਏ ਪਰਮੇਸ਼ਰ ਦੇ ਨਾਮ ਨੂੰ। ਪਰ ਇਹਦਾ ਇਹ ਫਾਇਦਾ ਹੋਵੇਗਾ, ਜਿੰਨਾ ਉਚਾਰਨ ਕਰੋਗੇ ਉਨਾ ਹੀ ਆਨੰਦ ਜ਼ਰੂਰ ਬਣੇਗਾ, ਪਰ ਪੂਰਾ ਕਹਿ ਨਹੀਂ ਸਕਦੇ। ਕਹੋ ਸਤਨਾਮ ਸ੍ਰੀ। ਜਿਉਂ ਜਿਉਂ ਜਾਪੈ ਵਾਏ, ਜਿਵੇਂ ਜਿਵੇਂ ਉਹਦਾ ਨਾਮ ਕਰਾਂਗੇ, ਕਹਾਂਗੇ ਸਾਡੇ ਅੰਦਰੋਂ ਹੰਕਾਰ ਦਾ ਖਾਤਮਾ ਹੋਵੇਗਾ। ਜਿਵੇਂ ਜਿਵੇਂ ਵਾਹਿਗੁਰੂ ਉਚਾਰਨ ਕਰਾਂਗੇ, ਅੱਲਾ ਖੁਦਾ ਜੋ ਵੀ ਅਸੀਂ ਜਪਦੇ ਹਾਂ, ਮੁਸਲਮਾਨ ਅੱਲਾ ਕਹਿੰਦੇ ਆ, ਗੱਲ ਇੱਕੋ ਹੀ ਆ। ਹਿੰਦੂ ਰਾਮ ਕਹਿੰਦੇ ਆ, ਸਾਨੂੰ ਵਾਹਿਗੁਰੂ ਕਹਿਣ ਦਾ ਹੁਕਮ ਹੈ। ਤੋ ਜਿਵੇਂ ਜਿਵੇਂ ਅਸੀਂ ਉਸ ਨੂੰ ਜਪਾਂਗੇ, ਪਾਤਸ਼ਾਹ ਜੀ ਕਹਿੰਦੇ ਮੁਖ ਦੁਆਰਾ, ਤਿਵੇਂ ਤਿਵੇਂ ਇਹ ਮਨ ਉਹਨੂੰ ਗਾਉਣਾ ਕਰੇਗਾ। ਕਿਉਂਕਿ ਹੌਲੀ ਹੌਲੀ ਸਾਡੀ ਆਦਤ ਬਣ ਜਾਣੀ ਹੈ, ਤੇ ਹੌਲੀ ਹੌਲੀ ਫਿਰ ਸਾਡਾ ਮਨ ਜਿਹੜਾ ਹੈ, ਅਸੀਂ ਚੁੱਪ ਹੋਈਏ ਤਾਂ ਵੀ ਗਾਉਂਦਾ ਰਹੇਗਾ। ਆਖ ਆਖ ਮਨ ਭਾਵਨਾ, ਜਿਉਂ ਜਿਉਂ ਜਾਪੈ ਵਾਏ। ਤੇ ਜਿਵੇਂ ਜਿਵੇਂ ਅਸੀਂ ਗਾਵਾਂਗੇ, ਪਰਮੇਸ਼ਰ ਦੇ ਨਾਮ ਨੂੰ ਕਹਾਂਗੇ, ਤੇ ਸਾਡੇ ਅੰਦਰੋਂ ਵਾਏ ਵਿਸ਼ਿਆਂ ਵਿਕਾਰਾਂ ਦੀ ਹਵਾ, ਹੰਕਾਰ ਦੀ ਹਵਾ, ਹਵਾ ਹੀ ਹੈ ਨਾ, ਇਹ ਬਹੁਤ ਤਰ੍ਹਾਂ ਦੀ ਹਵਾ ਹੈ। ਸਤਿਗੁਰਾਂ ਨੇ ਇਸ ਨੂੰ ਪਛਾਣਿਆ। ਸਾਡੇ ਅੰਦਰ ਸਵਾਸ ਜਿਹੜਾ ਲੈਂਦੇ ਆ, ਇਹ ਆਕਸੀਜਨ ਆ। ਤੇ ਜਿਹੜੀ ਆਕਸੀਜਨ ਲੈਂਦੇ ਆਪਾਂ ਅੰਦਰ ਜਾਂਦੀ ਆ। ਇੱਕ ਸਾਡੇ ਅੰਦਰ ਗਰਮ ਹਵਾ ਹੈ। ਸਾਇੰਸ ਦਾ ਇੱਕ ਫਾਰਮੂਲਾ ਹੈ H2O, ਨਾਈਟ੍ਰੋਜਨ ਪਲੱਸ ਆਕਸੀਜਨ। ਜਦੋਂ ਇਹ ਮਿਲਦੀਆਂ ਤੇ ਪਾਣੀ ਬਣ ਜਾਂਦਾ। ਤੇ ਸਾਇੰਸ ਨੇ ਨਾਈਟ੍ਰੋਜਨ ਸਮਝਿਆ। ਅਨੇਕਾਂ ਤਰ੍ਹਾਂ ਦੀਆਂ ਹਵਾਵਾਂ ਜਾਣੀਆਂ, ਉਹਨਾਂ ਦੇ ਨਾਮ ਰੱਖੇ ਸਾਇੰਸ ਨੇ। ਪਰ ਬਾਬੇ ਨਾਨਕ ਨੇ ਇਹਨਾਂ ਹਵਾਵਾਂ ਦੇ ਨਾਮ ਰੱਖੇ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਇਹ ਸਾਰੀਆਂ ਹਵਾਵਾਂ ਸਾਡੇ ਦਿਮਾਗ ਨੂੰ ਚੜੀਆਂ ਹੋਈਆਂ। ਕੋ ਸਤਨਾਮ ਸ੍ਰੀ। ਜਦ ਕਿਸੇ ਦੇ ਦਿਮਾਗ ਨੂੰ ਕਾਮ ਦੀ ਹਵਾ ਚੜ੍ਹਦੀ ਹੈ ਤੇ ਉਹਦੀਆਂ ਅੱਖਾਂ ਅੰਨੀਆਂ ਹੋ ਜਾਂਦੀਆਂ, ਉਹਨੂੰ ਹੋਰ ਕੁਛ ਨਹੀਂ ਸੁੱਝਦਾ। ਕੰਨਾਂ ਦੇ ਰਾਹੀਂ ਉਹਨੂੰ ਕਿਸੇ ਦੀ ਆਵਾਜ਼ ਨਹੀਂ ਸੁਣਦੀ, ਕਿਸੇ ਦਾ ਦੁੱਖ ਨਹੀਂ ਦਿਸਦਾ। ਜਦੋਂ ਹੰਕਾਰ ਦੀ ਹਵਾ ਚੜ੍ਹਦੀ ਹੈ ਤੇ ਉਦੋਂ ਵੀ ਆਪਣੇ ਹੰਕਾਰ ਦੇ ਵਿੱਚ ਦੁਨੀਆ ਨੂੰ ਕੱਖ ਨਹੀਂ ਸਮਝਦਾਗਾ। ਅੱਜ ਦੇ ਰਾਜੇ ਆਹੀ ਕੁਛ ਕਰਦੇ ਆ, ਉਹਨਾਂ ਦੇ ਦਿਮਾਗ ਨੂੰ ਹੰਕਾਰ ਦੀ ਹਵਾ ਚੜੀ ਹੋਈ ਹੈ, ਸੁੱਝਦਾ ਹੀ ਨਹੀਂ ਕੁਛ। ਬਾਬੇ ਨੇ ਇਹਨਾਂ ਹਵਾਵਾਂ ਨੂੰ ਜਾਣਿਆ, ਪਛਾਣਿਆ ਤੇ ਸਾਨੂੰ ਚੰਗੀ ਤਰ੍ਹਾਂ ਸਮਝਾਉਣ ਵਾਸਤੇ ਇਹਨਾਂ ਦੇ ਨਾਮ ਰੱਖ ਦਿੱਤੇ। ਕ੍ਰੋਧ ਵੀ ਇੱਕ ਹਵਾ ਹੈ। ਜਦੋਂ ਬੰਦੇ ਨੂੰ ਗੁੱਸਾ ਆਉਂਦਾ ਹੈ ਤੇ ਕ੍ਰੋਧ ਵਿੱਚ ਆ ਕੇ ਉਹ ਆਪਣੇ ਵੱਟ ਦੇ ਰੌਲੇ ਪਿੱਛੇ, ਖੇਤਾਂ ਦੇ ਵਿੱਚ ਜਾਂ ਕਿਸੇ ਮਾੜੀ ਜੀ ਮਾਮੂਲੀ ਜੀ ਗੱਲ ਪਿੱਛੇ ਆਪਣੇ ਦੋਸਤ ਮਿੱਤਰ ਨੂੰ, ਭਰਾ ਤੱਕ ਨੂੰ ਵੱਢ ਦਿੰਦਾ। ਉਹ ਕੀ ਹੈ? ਕ੍ਰੋਧ ਦੀ ਹਵਾ। ਤੇ ਜਦੋਂ ਹੀ ਇਹ ਘਟਨਾ ਵਰਤ ਜਾਂਦੀ ਹੈ, ਕਿਸੇ ਨੂੰ ਅਸੀਂ ਮਾਰ ਦਿੰਨੇ ਆ, ਤਾਂ ਸਾਡਾ ਕ੍ਰੋਧ ਰੂਪੀ ਹਵਾ ਨਿਕਲ ਜਾਂਦੀ ਹੈ, ਫੂਕ ਨਿਕਲ ਜਾਂਦੀ ਹੈ। ਉਹ ਗੁੱਸੇ ਵਿੱਚ ਆ ਕੇ ਲੱਪੜ ਮਾਰਦੇ ਆ, ਗੁੱਸਾ ਖਤਮ ਹੋ ਜਾਂਦਾ। ਮਤਲਬ ਇਹ ਹਵਾਵਾਂ 5। ਹੁਣ ਇਹ ਹਵਾਵਾਂ ਨੂੰ ਲੋਕਾਂ ਨੇ ਇਸ ਤਰ੍ਹਾਂ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਖਤਮ ਹੋਈਆਂ ਨਹੀਂ। ਬਾਬਾ ਨਾਨਕ ਜੀ ਕਹਿੰਦੇ ਜਿਵੇਂ ਜਿਵੇਂ ਵਾਹਿਗੁਰੂ ਕਹੋਗੇ, ਤੁਹਾਡੇ ਅੰਦਰੋਂ ਇਹ 5 ਵਿਕਾਰ ਖਤਮ ਹੋਣੇ ਸ਼ੁਰੂ ਹੋ ਜਾਣਗੇ।
ਔਰ ਇਹ ਕਨਵਰਟ ਹੋ ਕੇ ਅੰਮ੍ਰਿਤ ਬਣ ਜਾਣਾ ਹੈ, ਜਲ ਬਣ ਜਾਣਾ ਹੈ, ਜਿਵੇਂ ਬਾਹਰ ਨਾਈਟ੍ਰੋਜਨ ਤੇ ਆਕਸੀਜਨ ਮਿਲ ਕੇ ਹਵਾ ਪਾਣੀ ਬਣ ਜਾਂਦਾ। ਤਾਂ ਗੁਰੂ ਪਿਆਰਿਓ, ਇਹ ਗੈਸਾਂ ਸਾਡੇ ਦਿਮਾਗ ਨੂੰ ਚੜੀਆਂ ਹੋਈਆਂ। ਉਹ ਮੌਲਾਨੇ ਪੁੱਛਦੇ ਨੇ ਮੱਕੇ ਦੇ, ਕਹਿੰਦੇ ਦੱਸੋ ਉਸ ਪਰਮੇਸ਼ਰ ਦੇ ਬਾਰੇ, ਉਹਨੂੰ ਕਿਵੇਂ ਕਹੀਏ? ਕਹਿੰਦੇ ਮੈਂ ਕਿਵੇਂ ਦੱਸਾਂ, ਕਿਵੇਂ ਕਹੀਏ? ਜਿਵੇਂ ਮਰਜ਼ੀ ਕਹੋ, ਜੇ ਕਹੋਗੇ ਤਾਂ ਤੁਹਾਡੇ ਅੰਦਰੋਂ ਇਹ ਹਵਾਵਾਂ ਕਫੂਰ ਹੋ ਜਾਣਗੀਆਂ। ਕਫੂਰ ਹੋਣਾ, ਉੱਡ ਜਾਣਾ, ਖਤਮ ਹੋ ਜਾਣਾ। ਆਖੇ ਆਖ ਮਨ ਬਾਵਨਾ, ਜਿਉਂ ਜਿਉਂ ਜਾਪੈ ਵਾਏ, ਜਿਸਨੋਂ ਵਾਏ ਸੁਣਾਈ ਹੈ। ਜਿਵੇਂ ਜਿਵੇਂ ਇਹ ਆਵਾਜ਼ ਕਹਾਂਗੇ, ਤਿਵੇਂ ਤਿਵੇਂ ਸਾਡੇ ਅੰਦਰੋਂ ਜਿਹੜਾ ਇਹ ਪੰਜੇ ਵਿਕਾਰ ਖਤਮ ਹੋ ਜਾਣਗੇ, ਹੰਕਾਰ ਖਤਮ ਹੋ ਜਾਊਗਾ। ਸਿਮਰਨ ਕਰਿਆ ਇਹ ਪੰਜਾਂ ਵਿਕਾਰਾਂ ਦਾ ਖਾਤਮਾ ਹੁੰਦਾ ਹੈ। ਗੁਰੂ ਪਿਆਰਿਓ, ਸਾਇੰਟੀਫਿਕ ਢੰਗ ਨਾਲ ਵੀ ਸਮਝ ਲਿਆ ਗੁਰੂ ਕਿਰਪਾ ਸਦਕਾ। ਜਿਵੇਂ ਜਿਵੇਂ ਕੋਈ ਵਾਹਿਗੁਰੂ ਮੰਤਰ ਦਾ ਜਾਪ ਕਰੇਗਾ, ਤਿਵੇਂ ਤਿਵੇਂ ਉਹਦੇ ਅੰਦਰ ਬਦਲਾਓ ਆਵੇਗਾ। ਤੇ ਉਹ ਬਦਲਾਓ ਇਹੀ ਦੱਸਦਾ ਹੈ ਕਿ ਇਹਦੇ ਅੰਦਰੋਂ ਇਹਨਾਂ ਵਿਕਾਰਾਂ ਦਾ ਖਾਤਮਾ ਹੋ ਗਿਆ। ਮੇਰੇ ਪ੍ਰੀਤਮ ਜੀ ਅੱਗੇ ਬਖਸ਼ਿਸ਼ ਕਰਦੇ ਹਨ। ਫਿਰ ਉਹ ਕਹਿਣ ਲੱਗੇ, ਪੀਰ ਜੀ, ਜਿਸ ਪਰਮੇਸ਼ਰ ਦਾ ਨਾਮ ਦੁਨੀਆ ਲੈਂਦੀ ਆ, ਅਸੀਂ ਵੀ ਉਸ ਨੂੰ ਅੱਲਾ ਪਾਕ ਕਹਿੰਦੇ ਹਾਂ, ਖੁਦਾ ਕਹਿੰਦੇ ਆ। ਤੁਸੀਂ ਆਪ ਦੇ ਹਿਸਾਬ ਨਾਲ ਕਹਿੰਦੇ ਹੋ, ਉਹ ਕਿੱਡਾ ਕੁ ਹੈ ਤੇ ਕਿੱਥੇ ਰਹਿੰਦਾ ਹੈ? ਇਹਦੇ ਵਿੱਚ ਪ੍ਰਸ਼ਨ ਤੇ ਉੱਤਰ ਹੈ। ਸ਼ਬਦ ਵਿੱਚ ਇਹ ਪ੍ਰਸ਼ਨ ਹੈ। ਜਿੱਥੇ ਕਿਉਂ ਕਿਵੇਂ ਆ ਗਿਆ, ਉੱਥੇ ਸਮਝੋ ਕੜਛੀ ਲੱਗੀ ਹੋਈ ਹੈ। ਭਾਵ ਸਵਾਲ ਪੈਦਾ ਹੋ ਗਿਆ ਵੀ ਇਹ ਸ਼ਬਦ ਹੈ ਜਿਹੜਾ ਇਹ ਇੱਥੇ ਪੁੱਛਿਆ ਗਿਆ। ਕੀ ਪੁੱਛਿਆ ਉਹਨਾਂ ਨੇ? ਜਿਸਨੋਂ ਵਾਏ ਸੁਣਾਈਐ, ਸੋ ਕੇਵੜ ਕਿਤ ਥਾਏ। ਜਿਹਨੂੰ ਅਸੀਂ ਗਾਉਣਾ ਹੈ, ਜਿਹਨੂੰ ਉੱਚੀ ਬੋਲ ਕੇ ਸੁਣਾਉਣਾ ਹੈ, ਵਾਹਿਗੁਰੂ 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 ਵਾਹਿਗੁਰੂ। ਪਾਤਸ਼ਾਹ ਜੀ, ਜਿਸ ਨੂੰ ਅਸੀਂ ਗਾਉਣਾ ਹੈ, ਜਿਸ ਨੂੰ ਅਸੀਂ ਸੁਣਾਉਣਾ ਹੈ ਉੱਚੀ, ਆਖ ਆਖ ਮਨ ਵਾਵਣਾ, ਇਸ ਮਨ ਵਿੱਚੋਂ ਹੰਕਾਰ ਨੂੰ ਕੱਢ ਕੇ ਜਿਸ ਨੂੰ ਅਸੀਂ ਸੁਣਾਉਣਾ ਹੈ, ਉਹ ਕਿੱਥੇ ਰਹਿੰਦਾ ਹੈ? ਕਿੱਡਾ ਕੁ ਵੱਡਾ ਹੈ? ਉਹਦਾ ਥਾਂ ਕਿਹੜਾ ਹੈ? ਕਿਉਂਕਿ ਮੁਸਲਮਾਨਾਂ ਨੇ ਉਹਨਾਂ ਨੂੰ ਛਿਪ ਦੇ ਵੱਲ ਮੰਨਿਆ, ਹਿੰਦੂਆਂ ਨੇ ਚੜ੍ਹਦੇ ਵੱਲ ਮੰਨਿਆ। ਉਹ ਕਹਿੰਦੇ